ਵਾਹਿਗੁਰੂ ਜੀਓ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ ਖੇਤੈ ਅੰਦਰ ਛੁਟਿਆ ਕੋ ਨਾਨਕ ਸੋ ਨਾਮ ਫਲਿਐ ਫੁਲਿਐ ਬਪੁੜੇ ਤਨ ਵਿੱਚ ਸੁਆਇ ਫਲਿਐ ਫੁਲਿਐ ਬਪੁੜੇ ਸੁਆਇ ਗੁਰ ਬਿਨ ਗਿਆਨ ਨਾ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿਹੂਣੈ ਮਨ ਮੁਖੀ ਜਾਸਣ ਜਨਮ ਗਵਾਏ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਸ਼ਲੋਕ ਮਹਲਾ ਤੀਜਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲਗੀਆਂ ਫਿਰਹਿ ਜੋ ਹਰ ਹਿਰਦੈ ਸਦਾ ਵਸਾਏ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਹਿ ਜੋ ਹਰ ਹਿਰਦੈ ਸਦਾ ਵਸਾਏ। ਬਿਨ ਸਤਿਗੁਰ ਨਾਉ ਨਾ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ। ਮਹਲਾ ਤੀਜਾ। ਕਿਆ ਗਬਰੂ ਕਿਆ ਬਿਰਧ ਹੈ ਮਨ ਮੁਖ ਤ੍ਰਿਸ਼ਨਾ ਭੁਖ ਨਾ ਜਾਏ ਗੁਰਮੁਖ ਸ਼ਬਦੇ ਰਤਿਆਂ ਸ਼ੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਏ ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਨ ਹੈ ਜੋ ਨਾਮ ਰਹੈ ਲਿਵ ਲਾਏ। ਪੌੜੀ ਹੋ ਬਲਿਹਾਰੀ ਤਿਨ ਕੋ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਇਂਦੇ ਤਿਨ ਦਰਸ਼ਨ ਪਿਖਾ
ਸੁਣ ਕੀਰਤਨ ਹਰ ਗੁਣ ਰਵਾਂ, ਹਰ ਜਸ ਮਨ ਲਿਖਾਂ, ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲ ਵਿਖ ਕ੍ਰਿਖਾ। ਤਨ ਧਨ ਸੁਹਾਵਾ, ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲ ਵਿਖ ਕ੍ਰਿਖਾ। ਤਨ ਧਨ ਸੁਹਾਵਾ, ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਕਿਰਪਾ ਦੇ ਘਰ ਦੇ ਵਿੱਚ ਆ ਕੇ ਅੱਜ ਦਾ ਪਵਿੱਤਰ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਤੇ ਪਾਵਨ ਸਰੂਪ ਵਿੱਚ ਅੰਗ 649 ਤੇ ਅੰਕਿਤ ਹੈ, ਸਵਾਇਮਾਨ ਹੈ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਉਚਾਰਿਆ ਹੋਇਆ ਸ਼ਬਦ, ਸ਼ਲੋਕ ਮਹਲਾ ਤੀਜਾ। ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਸਤਿਗੁਰਾਂ ਨੇ ਅੱਜ ਦੇ ਪਵਿੱਤਰ ਹੁਕਮਨਾਮੇ ਨੂੰ ਰਾਗ ਸੋਰਠ ਵਿੱਚ ਉਚਾਰਨ ਕੀਤਾ ਹੈ, ਜੋ ਹਿਰਦੇ ਵਿੱਚ ਖੁਸ਼ੀ ਤੇ ਖੇੜਾ ਪੈਦਾ ਕਰਦਾ ਹੈ। ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗਿਆਨ ਬਖਸ਼ਿਸ਼ ਕਰਦੇ ਹਨ ਵੀ ਜੇ ਕੋਈ ਬ੍ਰਾਹਮਣ ਦੇ ਘਰ ਜਨਮ ਲਏ ਤੇ ਉਹ ਬ੍ਰਾਹਮਣ ਨਹੀਂ ਬਣ ਜਾਂਦਾ। ਜੇ ਕੋਈ ਆਪਣੇ ਆਪ ਨੂੰ ਬ੍ਰਾਹਮਣ ਕਹਾਉਣਾ ਚਾਹੁੰਦਾ ਤੇ ਬ੍ਰਾਹਮਣ ਦੀ ਡੈਫੀਨੇਸ਼ਨ ਹੈ ਜਿਹਨੇ ਬ੍ਰਹਮ ਨੂੰ ਜਾਣ ਲਿਆ। ਐਸੇ ਤਰ੍ਹਾਂ ਜੇ ਕੋਈ ਸਿੱਖਾਂ ਦੇ ਘਰ ਦੇ ਵਿੱਚ ਕਿਸੇ ਨੇ ਜਨਮ ਲਿਆ, ਉਹ ਸਿੱਖ ਕਹਾਉਣ ਯੋਗ ਨਹੀਂ ਜਦ ਤੱਕ ਗੁਰੂ ਦੀ ਸਿੱਖਿਆ ਤੇ ਨਾ ਚੱਲੇ। ਗੱਲ ਬਿਲਕੁਲ ਸਪਸ਼ਟ ਹੈ। ਅਸੀਂ ਕਈ ਵਾਰੀ ਆਪਣਾ ਦਾਅਵਾ ਕਰਦੇ ਹਾਂ ਵੀ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ ਤੇ ਅਸੀਂ ਸਿੱਖ ਹਾਂ। ਸਿੱਖ ਉਹ ਹੈ ਜਿਹਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਿਆ ਤੇ ਵਿਚਾਰਿਆ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਖਾਲਸਾ ਉਹ ਹੈ ਜਿਹਨੇ ਖਾਲਸ ਨੂੰ ਜਾਣ ਲਿਆ। ਖਾਲਸ ਹੈ ਬ੍ਰਹਮ, ਸੋ ਖਾਲਸਾ ਬ੍ਰਹਮ ਗਿਆਨੀ ਹੈ ਜਿਹਨੇ ਬ੍ਰਹਮ ਨੂੰ ਜਾਣ ਲਿਆ। ਜਿਹੜਾ ਬ੍ਰਹਮ ਗਿਆਨੀ ਹੈ ਉਹ ਖਾਲਸਾ। ਸੋ ਗੁਰੂ ਮਹਾਰਾਜ ਫਰਮਾਉਂਦੇ ਹਨ ਭਈ ਬ੍ਰਹਮ ਬਿੰਦਾ, ਬਿੰਦਾ ਮੈਨੇ ਜਾਣ ਲੈਣਾ। ਜਿਹਨੇ ਬ੍ਰਹਮ ਨੂੰ ਜਾਣ ਲਿਆ ਤਿਸ ਦਾ ਬ੍ਰਹਮਤ ਰਹੈ, ਉਹਦੀ ਆਤਮਕ ਅਵਸਥਾ ਬ੍ਰਹਮ ਵਰਗੀ ਬਣ ਜਾਂਦੀ ਹੈ। ਪਰਮਾਤਮਾ ਦਾ ਸੁਭਾਅ ਉਹਦੇ ਅੰਦਰ ਪੈਦਾ ਹੋ ਜਾਂਦਾ। ਏਕ ਸ਼ਬਦ ਲਿਵ ਲਾਏ, ਪਰ ਉਹਦੀ ਜਿਹੜੀ ਲਿਵ ਹੈ ਇੱਕ ਸ਼ਬਦ ਨਾਲ ਜੁੜੀ ਹੋਏ, ਕਿਸੇ ਦੇਵੀ ਤੇ ਦੇਵਤੇ ਨਾਲ ਨਾ ਜੁੜੀ ਹੋਈ। 33 ਕਰੋੜ ਦੇਵੀ ਦੇਵਤੇ ਹੈ ਸਾਧ ਸੰਗਤ ਜੀ, ਜਿਨ੍ਹਾਂ ਦੀ ਦੁਨੀਆ ਪੂਜਾ ਕਰਦੀ। ਮਹਾਰਾਜ ਕਹਿੰਦੇ ਜਿਹੜੇ ਰੱਬ ਦੀ ਬਣਾਈ ਹੋਈ ਚੀਜ਼ ਨੂੰ ਆਪਣੇ ਜੀਵਨ ਦਾ ਨਿਸ਼ਾਨਾ ਮੰਨਦੇ ਆ, ਉਹ ਕਦੇ ਵੀ ਪਰਮਾਤਮਾ ਦਾ ਮਿਲਾਪ ਨਹੀਂ ਕਰ ਸਕਦੇ। ਕੋਈ ਵੀ ਮਨੁੱਖ ਹੋਏ, ਕੋਈ ਵੀ ਚੀਜ਼ ਹੋਏ, ਕੋਈ ਬੁੱਤ ਹੋਏ, ਕੋਈ ਇਨਸਾਨ ਹੋਏ, ਜੇ ਉਹਦੇ ਨਾਲ ਲਿਵ ਲੱਗ ਗਈ ਤੇ ਇਹ ਜੀਵਨ ਦਾ ਪਾਰ ਉਤਾਰਾ ਨਹੀਂ ਹੋਣਾ। ਕਦੇ ਵੀ ਵਾਹਿਗੁਰੂ ਦਾ ਮਿਲਾਪ ਨਹੀਂ ਹੋ ਸਕਦਾ। ਕਿਸ ਤਰ੍ਹਾਂ ਵਾਹਿਗੁਰੂ ਦਾ ਮਿਲਾਪ ਹੋਏਗਾ? ਇੱਕ ਸ਼ਬਦ ਲਿਵ ਲਾਏ। ਇੱਕ ਸ਼ਬਦ ਦੇ ਨਾਲ ਆਪਣੀ ਲਿਵ
ਭਾਵ ਸੁਰਤ ਜੋੜਨਾ ਨਹੀਂ। ਲਿਵ ਦਾ ਭਾਵ ਐਦਾਂ ਜਾਣੋ, ਸੁੱਤਿਆਂ ਉੱਠਿਆਂ ਬਹਿੰਦਿਆਂ ਉਸ ਪਰਮਾਤਮਾ ਦਾ ਵਿਚਾਰ ਹਮੇਸ਼ਾ ਮਨ ਦੇ ਵਿੱਚ ਚੱਲੇ ਤੇ ਮਨ ਦੇ ਵਿੱਚ ਪਿਆਰ ਹੋਏ। ਜਿੱਦਾਂ ਮਾਂ ਆਪਣੇ ਬੱਚੇ ਨਾਲ ਪਿਆਰ ਕਰਦੀ ਆ, ਭਾਵੇਂ ਬੱਚਾ ਕਿਤੇ ਵੀ ਹੋਏ, ਮਾਂ ਦਾ ਧਿਆਨ ਬੱਚੇ 'ਚ ਹੁੰਦਾ, ਭਾਵੇਂ ਪ੍ਰਦੇਸ਼ ਦੇ ਵਿੱਚ ਚਲਾ ਜਾਏ। ਜੇ ਅਸੀਂ ਉਸ ਖਿਆਲ ਨੂੰ, ਆਪਣੇ ਬੱਚਿਆਂ ਦੇ ਖਿਆਲ ਨੂੰ, ਜਿਨ੍ਹਾਂ ਦੀ ਯਾਦ ਸਾਨੂੰ 24 ਘੰਟੇ ਰਹਿੰਦੀ ਆ, ਪਰਮੇਸ਼ਰ ਦੇ ਖਿਆਲ ਨਾਲ, ਪਰਮੇਸ਼ਰ ਦੀ ਮਿੱਠੀ ਯਾਦ ਨਾਲ ਜੋੜ ਦਈਏ ਤੇ ਸਾਡਾ ਪਾਰ ਉਤਾਰਾ ਹੋ ਜਾਏ। ਸਭ ਤੋਂ ਵੱਡੀ ਮੁਸੀਬਤ ਹੈ ਵੀ ਅਸੀਂ ਸਾਰੇ ਮੋਹ ਦੇ ਚਿੱਕੜ 'ਚ ਫਸੇ ਹੋਏ। ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਆ, ਹਾਲੇ ਬੱਚਾ ਮਾਂ ਦੀ ਗਰਭ ਦੇ ਵਿੱਚ ਆ ਤੇ ਮਾਂ ਦਾ ਪਿਆਰ ਬੱਚੇ ਨਾਲ ਪਹਿਲਾਂ ਹੀ ਹੋ ਜਾਂਦਾ ਬਿਨਾਂ ਦੇਖਿਆ। ਬੱਚੇ ਵਾਸਤੇ ਕੱਪੜੇ ਲੈਂਦੀ ਆ, ਦੁੱਧ ਦੀਆਂ ਬੋਤਲਾਂ ਲੈਂਦੀ ਆ, ਸਾਰਾ ਇੰਤਜ਼ਾਮ ਕਰਦੀ ਆ। ਘਰ ਦੇ ਵਿੱਚ ਖੁਸ਼ੀ ਆ ਜਾਂਦੀ ਆ, ਸਾਰੇ ਦਾਦੇ ਪੜਦਾਦੇ ਨਾਨੇ ਨਾਨੀਆਂ ਖੁਸ਼ ਹੋ ਜਾਂਦੇ ਬਈ ਬੱਚੇ ਦਾ ਜਨਮ ਹੋਣਾ। ਹਾਲੇ ਬੱਚੇ ਨੂੰ ਦੇਖਿਆ ਹੀ ਨਹੀਂ, ਇੰਨਾ ਪਿਆਰ। ਤੇ ਜਦੋਂ ਵਾਹਿਗੁਰੂ ਦੀ ਗੱਲ ਆਉਂਦੀ ਹੈ, ਕਹਿੰਦੇ ਵਾਹਿਗੁਰੂ ਨੂੰ ਦੇਖਿਆ ਨਹੀਂ ਤੇ ਪਿਆਰ ਕਿੱਦਾਂ ਪਏ। ਦੇਖੋ ਕਿੰਨੀ ਮਾਇਆ ਦੀ ਖਿੱਚ ਆ। ਸੋ ਗੁਰੂ ਮਹਾਰਾਜ ਫਰਮਾਉਂਦੇ ਹਨ, ਸਿੱਖ ਉਹੀ ਹੈ, ਬ੍ਰਾਹਮਣ ਉਹੀ ਹੈ ਜਿਹਨੇ ਬ੍ਰਹਮ ਨੂੰ ਜਾਣ ਲਿਆ। ਖਾਲਸਾ ਉਹੀ ਹੈ ਜਿਹਨੇ ਖਾਲਸ ਨੂੰ ਜਾਣ ਲਿਆ। ਕਿੰਨੀ ਵਾਰੀ ਡਿਬੇਟ ਹੁੰਦੀ ਆ ਭਈ ਸਿੱਖ ਕੌਣ ਆ। ਸਿੱਖ ਉਹ ਹੈ ਜਿਹਨੇ ਗੁਰੂ ਦੀ ਸਿੱਖਿਆ ਮੰਨ ਲਈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਏ ਪਾਰ। ਸੋ ਗੁਰੂ ਮਹਾਰਾਜ ਅੱਗੇ ਫਰਮਾਉਂਦੇ ਹਨ। ਸਾਧ ਸੰਗਤ ਜੀ, ਇੱਥੇ ਇੱਕ ਬੇਨਤੀ ਕਰਨੀ ਆ, ਜੇ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਣਾ, ਜ਼ਿੰਦਗੀ ਦੇ ਵਿੱਚ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਤੇ ਵਿਚਾਰ ਕਰੀਏ ਨਾਲ, ਤਾਂ ਹੀ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਣ ਯੋਗ। ਇੱਕ ਵਾਰੀ ਮਿਨੀਮਮ, ਘੱਟ ਤੋਂ ਘੱਟ ਇੱਕ ਵਾਰੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਦਾ ਵਿਚਾਰ ਕਰੀਏ। ਹੁਣ ਏਕ ਸ਼ਬਦ ਦੀ ਜਿਹੜੀ ਗੱਲ ਕੀਤੀ ਹੈ ਸਤਿਗੁਰਾਂ ਨੇ, ਉਹ ਏਕ ਸ਼ਬਦ ਹੈ ਇੱਕ ਓਂਕਾਰ। ਏਕ ਸ਼ਬਦ ਲਈ ਬੁਲਾਏ। ਹੁਣ ਮਹਾਰਾਜ ਨੇ ਛੁੱਟ ਦਿੱਤੀ ਹੈ, ਕਹਿੰਦੇ ਚਲੋ ਬਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹ ਸਕਦਾ, ਤੇ ਕੋਲ ਟਾਈਮ ਨਹੀਂ ਆ, ਬਿਜ਼ਨਸ ਬੜਾ ਵਾਧੂ ਤੇਰਾ, ਹੋਰ ਦੁਨੀਆ ਦੇ ਬੜੇ ਰੁਝੇਵੇਂ ਆ, ਤੂੰ ਜਪਜੀ ਸਾਹਿਬ ਦੀ ਬਾਣੀ ਪੜ੍ਹ ਲਾ। ਜੇ ਬਹੁਤ ਜ਼ਿਆਦਾ ਰੁਝੇਵਾਂ, ਚੱਲ ਜਪਜੀ ਸਾਹਿਬ ਦੀ ਬਾਣੀ ਨਾ ਪੜ੍ਹ, ਮੂਲ ਮੰਤਰ ਦੀ ਬਾਣੀ ਪੜ੍ਹ ਲਾ। ਚਲ ਉਹ ਵੀ ਟਾਈਮ ਨਹੀਂ ਹੈਗਾ। ਕਈ ਵਾਰੀ ਕਹਿ ਦਿੰਦੇ ਲੋਕੀ ਸਾਹ ਲੈਣ ਦਾ ਟਾਈਮ ਨਹੀਂ। ਚਲ ਭਾਈ ਸਾਹ ਲੈਣ ਦਾ ਤੈਨੂੰ ਟਾਈਮ ਨਹੀਂ ਤੇ ਇੱਕ ਓਂਕਾਰ ਦਾ ਜਾਪ ਕਰ ਲੈ। ਏਕ ਸ਼ਬਦ ਲੈ ਲਾਏ। ਕਿਉਂ ਇੱਕ ਓਂਕਾਰ ਕਿਹਾ? ਕਿਉਂਕਿ ਓਂਕਾਰ ਬਾਣੀ ਨੂੰ ਖੋਲ੍ਹਣ ਵਾਸਤੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਚਾਰ ਕਰਨਾ ਪੈਂਦਾ। ਜਪਜੀ ਸਾਹਿਬ ਦੀ ਬਾਣੀ ਪੜ੍ਹਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਪਏਗੀ ਜੇ ਸਮਝਣਾ ਸੀ। ਹੁਣ ਪਰਮਾਤਮਾ ਕਿੱਥੇ ਹੈ? ਗੁਰੂ ਮਹਾਰਾਜ ਨੇ ਕਿੰਨਾ ਸਪਸ਼ਟ ਕੀਤਾ ਬਾਣੀ ਦੇ ਵਿੱਚ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਓਂਕਾਰ ਦਾ ਜਾਪ ਕਰ, ਓਂਕਾਰ ਦੀ ਧੁਨ ਦੇ ਵਿੱਚ ਧਿਆਨ ਕਰ। ਧਿਆਨ ਦੇ ਵਿੱਚ ਵਾਹਿਗੁਰੂ ਆ, ਪ੍ਰੋਵਾਈਡਡ ਤੂੰ ਗੁਰਮੁਖ ਬਣ ਜਾ। ਗੁਰਮੁਖ ਅਕਥ ਕਹਾਣੀ। ਫਿਰ ਮਹਾਰਾਜ ਫਰਮਾਉਂਦੇ ਹਨ ਵੀ ਇੱਕ ਧੁਨ ਕਿਹੜੀ ਆ? ਦੇਖੋ ਸਾਰੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਲਿਖੀਆਂ ਹੋਈਆਂ। ਉਹ ਇੱਕ ਧੁਨ ਕਿਹੜੀ ਆ? ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ।
ਫਿਰ ਮਹਾਰਾਜ ਫਰਮਾਉਂਦੇ ਹਨ ਬਾਣੀ ਦੇ ਵਿੱਚ, ਓਂਕਾਰ ਏਕ ਧੁਨ, ਏਕੈ ਏਕੈ ਰਾਗ ਅਲਾਪੈ। ਓਂਕਾਰ ਦੀ ਬਸ ਇੱਕ ਧੁਨ ਹੈ, ਜਿੱਥੋਂ ਸਾਰੀ ਸ੍ਰਿਸ਼ਟੀ ਬਣੀ ਹੈ। ਓਂਕਾਰ ਹੀ ਵਾਹਿਗੁਰੂ ਦਾ ਸਰੂਪ ਹੈ, ਉਹਦੇ ਵਿੱਚ ਧਿਆਨ ਜੋੜ ਲਾ। ਇੱਕ ਓਂਕਾਰ ਨੂੰ ਸਤਿਗੁਰਾਂ ਨੇ ਬੀਜ ਮੰਤਰ ਕਹਿ ਕੇ ਵੀ ਉਚਾਰਨ ਕੀਤਾ। ਓਂਕਾਰ ਦੇ ਵਿੱਚ ਇੰਨਾ ਗਿਆਨ ਹੈ, ਇੱਕ ਓਂਕਾਰ ਦੇ ਵਿੱਚ ਇੰਨਾ ਗਿਆਨ ਹੈ। ਮਹਾਰਾਜ ਕਹਿੰਦੇ ਨੇ 4 ਵਰਨਾਂ ਦੇ ਵਿੱਚੋਂ ਕੋਈ ਵੀ ਜਪ ਲਏ ਉਹ ਬ੍ਰਹਮ ਗਿਆਨੀ ਬਣ ਜਾਏਗਾ। ਬੀਜ ਮੰਤਰ ਸਰਬ ਕੋ ਗਿਆਨ, 4 ਵਰਨਾ ਮੈਂ ਜਪੈ ਕਉ ਨਾਮ। ਇਹ ਨਾਮ ਹੈ, ਸੱਚਾ ਨਾਮ, ਇੱਕ ਓਂਕਾਰ ਸਤਨਾਮ। ਹੁਣ ਅਸੀਂ ਸਾਰੇ ਕਹਿੰਦੇ ਆ ਭਾਈ ਕੰਮ ਤੇ ਕਰ ਲਈਏ, ਜਾਪ ਕਰੀਏ, ਫਾਇਦਾ ਕੀ ਹੁੰਦਾ? ਕਿਉਂਕਿ ਅਸੀਂ ਫਾਇਦਾ ਦੇਖਦੇ ਹਾਂ ਨਾ। ਫਾਇਦਾ ਦੇਖੋ ਕੀ ਹੁੰਦਾ। ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। 9 ਨਿਧੀਆਂ, 9 ਖਜ਼ਾਨੇ ਤੇ 18 ਸਿੱਧੀਆਂ ਆਤਮਕ ਸ਼ਕਤੀਆਂ ਪਿੱਛੇ ਲੱਗੀਆਂ ਫਿਰਦੀਆਂ। ਇੱਕ ਤੇ ਹੁੰਦਾ ਨਾ ਬੰਦਾ 24 ਘੰਟੇ ਕੰਮ ਕਰਕੇ ਪੈਸੇ ਇਕੱਠੇ ਕਰਦਾ, ਤੇ ਮਹਾਰਾਜ ਕਹਿੰਦੇ ਜੇ ਤੂੰ ਇੱਕ ਸ਼ਬਦ ਦੇ ਨਾਲ ਆਪਣੀ ਲਿਵ ਲਾ ਲਏਗਾ, ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਏਗਾ, ਕਿਉਂਕਿ ਓਂਕਾਰ ਪਰਮੇਸ਼ਰ ਦਾ ਸ਼ਬਦ ਰੂਪ ਹੈ। ਜੇ ਤੂੰ ਵਸਾ ਲਏਗਾ, ਤੇਰੇ ਵਿੱਚ ਗੁਣ ਆ ਜਾਣਗੇ, ਤੇਰਾ ਸੁਭਾਅ ਪਰਮੇਸ਼ਰ ਵਰਗਾ ਬਣ ਜਾਏਗਾ, ਤੇ ਤੈਨੂੰ ਫਿਰ ਕੋਈ ਯਤਨ ਕਰਨ ਦੀ ਲੋੜ ਨਹੀਂ, ਮਾਇਆ ਤੇਰੀ ਦਾਸੀ ਬਣ ਜਾਏਗੀ। 9 ਨਿਧੀਆਂ, 9 ਖਜ਼ਾਨੇ, ਸਾਰੀ ਦੁਨੀਆ ਦੀ ਦੌਲਤ, ਰਿਧੀਆਂ ਸਿੱਧੀਆਂ ਤੇਰੇ ਮਗਰ ਲੱਗ ਪੈਣਗੀਆਂ। ਪਰ ਫਿਰ ਮਹਾਰਾਜ ਅੱਗੇ ਦੱਸਦੇ ਹਨ ਵੀ ਸਤਿਗੁਰੂ ਤੋਂ ਬਿਨਾਂ ਇਹ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਸੱਚੇ ਨਾਮ ਦੀ ਪ੍ਰਾਪਤੀ ਨਹੀਂ ਹੋਏਗੀ। ਬਿਨ ਸਤਿਗੁਰ ਨਾਉ ਨਾ ਪਾਈਐ, ਬੁਝੋ ਕਰ ਵਿਚਾਰ। ਵਿਚਾਰ ਕਰਕੇ ਦੇਖ ਲਓ, ਸਤਿਗੁਰੂ ਤੋਂ ਬਿਨਾਂ ਸੱਚੇ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਵੱਡੇ ਭਾਗਾਂ ਦੇ ਨਾਲ ਸਤਿਗੁਰ ਭਾਵ ਸੱਚਾ ਗਿਆਨ, ਬ੍ਰਹਮ ਗਿਆਨ ਪ੍ਰਾਪਤ ਹੁੰਦਾ। ਉਹਦੇ ਨਾਲ ਕੀ ਫਾਇਦਾ ਸਾਧ ਸੰਗਤ ਜੀ? 4 ਯੁਗ ਭਾਵ ਹਮੇਸ਼ਾ ਹੀ ਸੁਖ ਪ੍ਰਾਪਤ ਹੁੰਦਾ, ਕਦੀ ਦੁੱਖ ਨਹੀਂ ਲੱਗਦਾ, ਮਹਿਸੂਸ ਹੀ ਨਹੀਂ ਹੁੰਦਾ। ਦੁੱਖ ਭੁੱਲ ਜਾਂਦਾ ਵੀ ਦੁੱਖ ਹੁੰਦਾ ਕੀ ਹੈ। ਜਦੋਂ ਸਾਧ ਸੰਗਤ ਜੀ ਇਨਸਾਨ ਬਜ਼ੁਰਗ ਹੁੰਦਾ ਤੇ ਉਹਨੂੰ ਭੁੱਲ ਜਾਂਦਾ ਵੀ ਜਵਾਨੀ ਕੀ ਹੈ, ਵੀ ਜ਼ੋਰ ਕੀ ਹੁੰਦਾ। ਫਿਰ ਉਹ ਯਾਦ ਕਰਦਾ ਰਹਿੰਦਾ ਵੀ ਮੈਂ ਫੁੱਟਬਾਲ ਖੇਡਦਾ ਸੀ, ਮੈਂ ਬਾਕਸਿੰਗ ਕਰਦਾ ਸੀ, ਪਰ ਹੁਣ ਸਰੀਰ ਦੇ ਵਿੱਚ ਜ਼ੋਰ ਨਹੀਂ ਰਿਹਾ। ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋ ਤੋ ਪਾਏ। ਉਦੋਂ ਫਿਰ ਬੰਦਾ ਭੁੱਲ ਜਾਂਦਾ। ਐਸੇ ਤਰ੍ਹਾਂ ਵਾਹਿਗੁਰੂ ਦੀ ਯਾਦ ਜੇ ਬਣੀ ਰਹੇ ਤੇ ਦੁੱਖ ਭੁੱਲ ਹੀ ਜਾਂਦੇ ਨੇ, ਲੱਗਦਾ ਹੀ ਨਹੀਂ ਵੀ ਦੁੱਖ ਹੁੰਦਾ ਕੀ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਫਿਰ ਮਹਾਰਾਜ ਅੱਗੇ ਫਰਮਾਉਂਦੇ ਹਨ, ਕਿਆ ਗਬਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਗਬਰੂ ਮੈਨੇ ਜਵਾਨ ਆਦਮੀ, ਕਹਿੰਦੇ ਮਨਮੁਖ ਭਾਵੇਂ ਜਵਾਨ ਹੋਏ ਭਾਵੇਂ ਬਜ਼ੁਰਗ ਹੋਏ, ਜੇ ਮਨ ਦੀ ਤ੍ਰਿਸ਼ਨਾ ਨਹੀਂ ਗਈ ਤੇ ਜਵਾਨੀ ਦਾ ਕੀ ਫਾਇਦਾ, ਤੇ ਜੀਵਨ ਦਾ ਕੀ ਫਾਇਦਾ। ਗੁਰਮੁਖ ਸ਼ਬਦੇ ਰਤਿਆਂ, ਸ਼ੀਤਲ ਹੋਏ ਆਪ ਗਵਾਏ। ਪਰ ਗੁਰਮੁਖ ਜਿਹੜੇ ਨੇ ਹਮੇਸ਼ਾ ਸ਼ਬਦ ਦੇ ਨਾਲ ਭਿੱਜੇ ਰਹਿੰਦੇ ਨੇ। ਸ਼ਬਦ ਓਂਕਾਰ ਭਾਵ ਦਇਆ ਕਰਨੀ, ਜੋ ਪਰਮੇਸ਼ਰ ਦਾ ਸੁਭਾਅ ਹੈ, ਜੀਵਨ ਵਿੱਚ ਸੱਚ ਹੋਣਾ, ਸੰਤੋਖੀ ਹੋਣਾ, ਇਹ ਉਹਨਾਂ ਦਾ ਸੁਭਾਅ ਹੁੰਦਾ। ਉਹਨਾਂ ਨੂੰ ਚੰਗਾ ਲੱਗਦਾ ਦੂਜਿਆਂ ਦੀ ਮਦਦ ਕਰਕੇ, ਇੱਕ ਸੁਭਾਅ ਬਣ ਜਾਂਦਾ। ਮਾਂ ਕਹਿੰਦੇ ਆ, ਗੁਰਮੁਖ ਸ਼ਬਦੇ ਰਤਿਆਂ, ਸ਼ੀਤਲ ਹੋਏ ਆਪ ਗਵਾਏ। ਆਪਣਾ ਆਪ ਗਵਾ ਲੈਂਦੇ ਨੇ, ਭਾਵ ਕਿਸੇ ਚੀਜ਼ ਦਾ ਮੋਹ ਨਹੀਂ ਹੁੰਦਾ, ਪਰਿਵਾਰ ਦਾ ਖਿੱਚ ਨਹੀਂ ਹੁੰਦੀ,
ਦੁਨੀਆ ਦੀ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੁੰਦੀ। ਉਹਨਾਂ ਨੂੰ ਬਸ ਇਹ ਹੁੰਦਾ ਵੀ ਕਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਕੇ, ਪ੍ਰਵਾਨ ਹੋ ਕੇ ਪਰਮੇਸ਼ਰ ਦੀ ਸੇਵਾ ਕਰੀਏ। ਕਿੰਨੀਆਂ ਉਦਾਹਰਨਾਂ ਸਾਧ ਸੰਗਤ ਜੀ, ਸਾਰੇ ਗੁਰੂ ਸਾਹਿਬਾਨ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 30 ਸਾਲ ਉਦਾਸੀਆਂ ਕੀਤੀਆਂ ਪਰਿਵਾਰ ਪਿੱਛੇ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਨੌਜਵਾਨ ਬੱਚੇ ਨੂੰ ਪਿੱਛੇ ਛੱਡ ਕੇ, ਗੁਰੂ ਹਰਗੋਬਿੰਦ ਸਾਹਿਬ ਨੂੰ ਪਿੱਛੇ ਛੱਡ ਕੇ 9 ਸਾਲ ਦੀ ਉਮਰ ਆਪਣੀ ਕੁਰਬਾਨੀ ਦਿੱਤੀ। ਐਦਾਂ ਸ਼ਬਦ ਦੇ ਨਾਲ ਰੱਤੇ ਹੋਏ, ਇੰਨਾ ਪਿਆਰ ਵਾਹਿਗੁਰੂ ਨਾਲ ਵੀ ਤੇਰਾ ਕੀਆ ਮਿੱਠਾ ਲੱਗਾ। ਮੇਰੇ ਮਾਲਕਾ, ਜੋ ਤੇਰਾ ਹੁਕਮ ਹੈ ਉਹ ਮਿੱਠਾ, ਮੈਂ ਸਿਰ ਮੱਥੇ ਕਬੂਲ ਕਰਦਾ। ਸੋ ਗੁਰਮੁਖ ਹੀ ਪ੍ਰਵਾਨ ਹੁੰਦੇ ਨੇ। ਅਖੀਰ ਦੇ ਵਿੱਚ ਮਹਾਰਾਜ ਫਰਮਾਉਂਦੇ ਹਨ ਵੀ ਮੈਂ ਉਹਨਾਂ ਤੇ ਬਲਿਹਾਰ ਜਾਣਾ। ਹੋ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾਂ, ਜੋ ਗੁਰੂ ਦੀ ਸਿੱਖਿਆ ਤੇ ਤੁਰਦੇ ਨੇ, ਮੈਂ ਉਹਨਾਂ ਤੇ ਬਲਿਹਾਰ ਜਾਣਾ। ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਖਾਂ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ ਤੇ ਵਾਹਿਗੁਰੂ ਦੇ ਨਾਮ ਨੂੰ, ਹੁਕਮ ਨੂੰ ਕਬੂਲ ਕਰਦੇ ਨੇ। ਫਿਰ ਅਖੀਰ ਦੀ ਪੰਕਤੀ ਦੇ ਵਿੱਚ ਸਤਿਗੁਰੂ ਫਰਮਾਉਂਦੇ ਹਨ, ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਵਿਖਾ ਮੀਨਸ ਪੈਰ। ਜਿੱਥੇ ਮੇਰਾ ਗੁਰੂ ਪੈਰ ਧਰਦੇ ਉਹ ਥਾਨ ਪਵਿੱਤਰ ਹੋ ਜਾਂਦਾ। ਭਾਵ ਜਿਹੜੇ ਹਿਰਦੇ ਰੂਪੀ ਘਰ ਦੇ ਵਿੱਚ ਗੁਰੂ ਦੀ ਬਾਣੀ ਪ੍ਰਵੇਸ਼ ਕਰ ਗਈ, ਉਹ ਸਰੀਰ ਪ੍ਰਵਾਨ ਹੋ ਜਾਂਦਾ, ਧੰਨਤਾ ਦੇ ਯੋਗ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਕੁਝ ਸਮਾਂ ਪਿਆਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਸ਼ਰਵਣ ਕਰਨਾ ਜੀ। Today's ਹੁਕਮਨਾਮਾ is blessing from Sachkhand Shri Harmandir Sahib. ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ has blessed us with the amazing wisdom. Hukamnama is composed in Rag Sorat, which creates the cheerful mood. Hukamnama reads as Slok Mahalla Tija, Brahm Binda Tista Brahmat Raha, एक शब्द लिव लाए, नव निधि 18 सिद्धि पिछे लगियां फिरे, जो हर हृदय सदा बसाए। Brahm means transcendent Lord, infinite Lord, who has no limits. Universe is referred to as Brahmand, which means abode of Almighty Lord. Binda means to know, to realize. Brahm Binda Tista Brahmat Raha. Brahmat means spirituality, divine wisdom, Brahm Gyan. Who is a true holy person? Who is a true Brahman? Brahman is a name given to a holy person in Hindu faith, like Khalsa in Sikh faith. But it means, Khalsa means that person who has realized the truth. Khalas means 100%. Pure. Who has become pure like Almighty God. His or her nature is full of kindness, compassion, truth, and contentment. Similarly, the person who has realized Vaheguru, Brahm, can only be called Brahman. Just by taking birth in Sikh family doesn't make anyone a Sikh. If we want to call ourselves a Sikh, we need to read at least Guru Granth Sahib's Bani once in our lifespan. Understand it. How many of us have done that?
then Guru Maharaj even gives us more freedom. If you do not have time to read the Bani of Guru Granth Sahib Ji Maharaj, read Japji Sahib. Understand what Guru Maharaj is saying. Then people say, well, I don't have time to breathe. That's the excuse. I'm so busy. My life is so busy. I have to go on holiday to relax myself. But Satsanga, the biggest relaxation is meditation. I went on a course recently, which is a high performance course. You know how you can perform better at work, at schools. During that course, there were key points. First of all, do as much as you can do within your ability. Don't abuse your body. Your body needs rest as well. But the most important point which was mentioned was meditation. Everyone in the classroom was made to meditate. Blank your mind and think about the Creator. How amazing is that? So that's the best relaxation. When you meditate, you are on holiday. With Vaheguru's Kirpa, when you develop love for Vaheguru, and you can develop love for Vaheguru only when you think about glory of Vaheguru. You read Gurbani, contemplate, like this Shabad really connects me to Vaheguru. Ik Onkar. Vaheguru, you are the creator, you are the sustainer, and you are the destroyer. You manage the creation the way you want. So Guru Maharaj says, even if you can't read Japji Sahib Bani, you can connect yourself to one word, Ik Onkar. Brahm binde tista brahmat rahe ek shabad livlaye. Connect your focus, center your attention on one word. To understand the meaning of Ik Onkar, you need to understand the meaning of Japji Sahib. To unfold the secrets of Japji Sahib, you need to read the Bani of whole Guru Granth Sahib Maharaj. But at the minimum, you can focus on Ik Onkar. Ek Shabad Livlaye. Why Guru Maharaj said that? Now listen carefully. Where is God? In what form God exists? Guru Maharaj describes in the Bani, Dhun मैं ध्यान मैं जानिया, Gurmukh akath kahani. When you chant Ik Onkar, keep your focus on the dhun, on the melody. Dhyan mein janeya, in that focus, there is presence of Almighty God, Vaheguru. You can realize Vaheguru provided Gurmukh akath kahani. You have Guru's wisdom within you. You practice Guru's teaching 100%. What is that tun? Then Guru Maharaj describes. Onkar ek tun. Eka raag alape. There is one melody, Onkar, that Vaheguru spoke to create the whole Brahmand, whole creation. That is also referred to as Bij Mantra. Bij means seed, Mantra is a chant, mantra. That's the seed Almighty Lord had sown to create the tree of this creation. And those who contemplate on one Shabad, Ik Onkar, they get the Gyan, divine wisdom, Brahm Gyan. Bij mantra sarv ko gyan, choh varna mein jape kau naam. No matter which class, which color person meditates and contemplates on Ik Onkar will attain the Brahm Gyan. Now Guru Maharaj further reveals, we always have a questioning mind. If I do this,
what I'm going to get. If I sit down and do meditation, what is the benefit? Now listen to the benefit. नव निधि 18 सिद्धि पिछे लगियां फिरें जो हर हृदय सदा बसाए. Those who have enshrined Omkar, which is the divine word, represents the presence of Almighty God, who have enshrined in their mind 9 treasures, Navanidhi, which covers the wealth of the whole world, whole universe. 18 Siddhi, 18 spiritual powers will follow such person. But such person doesn't have desire to acquire the spiritual powers, but spiritual powers and wealth, prosperity follows such person. But such people are selfless. They are always looking to serve Almighty God. All our Satgurus, they had all the prosperity, all the spiritual powers, but they spent their life in serving Almighty God. So Guru Maharaj in today's Hukamnama reveals, I'm sacrificed to the Gurmukhs who have become one with Almighty God. That body becomes pure and very valuable where Sadguru's teaching is enshrined. So that's the message of today's Hukamnama. Have a great day. प्यार नाल सतगुरां दी बख्शी होई फतेह सांझी करनी. वाहिगुरू जी का खालसा, वाहिगुरू जी की फतेह.